ਬਿਨਸਰੈ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ। ਉਹ ਸੰਸਾਰ ਵਿਕਾਰ ਸੰਸੇ ਮਹਿ ਕਰਿਓ ਬ੍ਰਹਮ ਗਿਆਨੀ। ਤੈ ਜਗਾਵੈ ਪੀਆਵੈ ਏਉ ਰਸ ਅਕਥ ਕਥਾ ਤਿਨ ਜਾਨੀ। ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਜ ਔਰ ਨਾ ਹੋਏ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੈ ਕੋ ਕਰ ਸੰਤਨ ਕੀ ਧੂਰੇ। ਨਾਨਕ ਦਾਸ ਇਹ ਹੈ ਸੁਖ ਮੰਗੈ ਕੋ ਕਰ ਸੰਤਨ ਕੀ ਸੁਖਾਉ। ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵੈ ਸਿਫਤ ਖਸਮਦੀ ਡੋਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੇ ਬਦਕ ਜਿਉ ਕਹੋ ਕਵਣ ਬਿਦ ਕੀਜੈ। ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟੇ ਤਨ ਛੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲੇ ਤੋਂ ਇਸ ਭਾਗੇ ਸਮੇਂ ਬਖਸ਼ਿਸ਼ ਕੀਤੇ ਜੋ ਸਤ ਸੰਗਤ ਦੀ ਦਾਤ ਨੂੰ ਪ੍ਰਾਪਤ ਹੋਏ ਆ। ਸਤਿਗੁਰਾਂ ਦੀ ਗੁਰਬਾਣੀ ਪੜ੍ਹੀ ਹੈ ਪੰਜ ਬਾਣੀਆਂ ਦੇ ਰੂਪ ਦੇ ਵਿੱਚ। ਸਤਿਗੁਰਾਂ ਦੀ ਗੁਰਬਾਣੀ ਸਰਵਣ ਕੀਤੀ ਹੈ ਆਸਾ ਦੀ ਵਾਰ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ। ਐਸੇ ਵੱਡੇ ਭਾਗ ਹੋਏ ਨੇ ਜੋ ਆਪਣੇ ਮਨੁੱਖਾ ਜਨਮ ਦੀਆਂ ਇਹ ਘੜੀਆਂ ਇਹ ਸਮਾਂ ਸਫਲਾ ਬਣਾ ਰਹੇ ਹਾਂ। ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੀ ਜੋ ਕਥਾ ਹੈ
ਉਹ ਬਖਸ਼ਿਸ਼ ਕਰਦੇ ਨੇ ਕੁਝ ਸਮੇਂ ਵਾਸਤੇ। ਆਪਣੇ ਮਨ ਦੇ ਧਿਆਨ ਨੂੰ ਟਿਕਾਈਏ ਬੜੀ ਭਾਵਨਾ ਦੇ ਨਾਲ। ਸਤਿਗੁਰਾਂ ਦੇ ਅੰਮ੍ਰਿਤ ਬਚਨ ਜਿਹੜੇ ਨੇ ਕਥਾ ਰੂਪ ਅੰਦਰ ਸਰਵਨ ਕਰਕੇ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਹੋਰ ਭਾਰੀ ਸਫਲਾ ਬਣਾਈਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਧਨਾਸਰੀ ਰਾਗ ਦਾ ਨਾਮ ਹੈ ਗੁਰਮੁਖੋ, ਔਰ ਇਹ ਸਾਨੂੰ ਦੂਜਾ ਸ਼ਬਦ ਸਾਹਿਬ ਕਬੀਰ ਜੀਆਂ ਦਾ ਪ੍ਰਾਪਤ ਹੋ ਰਿਹਾ। ਧਨਾਸਰੀ ਰਾਗ ਦੇ ਅੰਦਰ ਇੱਕ ਸ਼ਬਦ ਆਪਾਂ ਕਬੀਰ ਸਾਹਿਬ ਜੀ ਦਾ ਕੱਲ ਸਰਵਣ ਕੀਤਾ ਸੀ, ਸਨਕ ਸਨੰਦ ਮਹੇਸ਼ ਸਮਾਨਾ, ਵੇਖ ਨਾਗ ਤੇਰੋ ਮਰਮ ਨਾ ਜਾਨਾ। ਤੋ ਅੱਜ ਦਾ ਇਹ ਦੂਜਾ ਸ਼ਬਦ ਹੈ ਕਬੀਰ ਸਾਹਿਬ ਜੀਆਂ ਦਾ 692 ਅੰਗ ਦੇ ਉੱਪਰ ਇਹ ਪਹਿਲਾ ਸ਼ਬਦ ਉਹਨਾਂ ਨੇ ਲਿਖਿਆ। ਤੋ ਸ਼੍ਰੋਮਣੀ ਭਗਤ ਨੇ, ਭਗਤ ਕਬੀਰ ਸਾਹਿਬ ਜੀ, ਇਹ ਉਹਨਾਂ ਦੀ ਪਵਿੱਤਰ ਬਾਣੀ ਹੈ। ਕਬੀਰ ਸਾਹਿਬ ਜੀ ਧਨਾਸਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਸਾਹਿਬ ਜੀ ਕਹਿਣ ਲੱਗੇ, ਗੁਰਮੁਖਾ ਇਹ ਤੇਰੇ ਜਿਹੜੀ ਸਰੀਰ ਦੀ ਉਮਰਾ ਹੈ ਨਾ, ਇਹ ਪਲ ਪਲ ਦੀ ਸੰਗਿਆ ਦੇ ਨਾਲ ਘਟਦੀ ਜਾਂਦੀ ਹੈ। ਭਾਵੇਂ ਆਪਾਂ ਨਿਮਕ ਸਮਾਂ ਲਾ ਲਈਏ, ਚਸਾ ਲਾ ਲਈਏ, ਅੱਖ ਨੂੰ ਖੁੱਲ੍ਹਣ ਜਾਂ ਮੀਟਣ ਦਾ ਸਮਾਂ ਕਹਿ ਲਈਏ, ਭਾਵੇਂ ਸਕਿੰਟ ਕਹਿ ਲਈਏ, ਮਿੰਟ ਕਹਿ ਲਈਏ, ਘੰਟੇ ਕਹਿ ਲਈਏ, ਇਹ ਜਿਵੇਂ ਜਿਵੇਂ ਇਹ ਸੂਈ ਚੱਲਦੀ ਹੈ ਸਮੇਂ ਦੀ, ਤੇਰਾ ਸਮਾਂ ਘਟਦਾ ਪਿਆ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਨੇ ਪੁੱਤਰ ਨੂੰ ਜਨਮ ਦਿੱਤਾ, ਪੁੱਤਰ ਗੋਦੀ ਵਿੱਚ ਖੇਡਦਾ ਸੀ, ਅੱਜ ਵਿਹੜੇ ਵਿੱਚ ਖੇਡਦਾ ਪਿਆ ਹੈ। ਹੋਰ ਥੋੜ੍ਹੇ ਸਮੇਂ ਨੂੰ ਹਾਣੀਆਂ ਦੇ ਨਾਲ ਬਾਹਰ ਜਾ ਕੇ ਖੇਡੇਗਾ। ਮਾਂ ਵੇਖਦੀ, ਆਖਦੀ ਬੱਲੇ ਬੱਲੇ ਮੇਰਾ ਪੁੱਤਰ ਵੱਡਾ ਹੋ ਗਿਆ। ਪਰ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਇਹ ਨਹੀਂ ਜਾਣਦੀ ਮੇਰਾ ਪੁੱਤਰ ਵੱਡਾ ਨਹੀਂ, ਘਟਿਆ ਹੈ। ਜੇ 50 ਸਾਲ ਦੀ ਉਮਰਾਂ ਲਿਖਾ ਕੇ ਲਿਆਇਆ, 2-3 ਸਾਲ ਜੇ ਮੇਰੀ ਗੋਦੀ ਵਿੱਚ ਇਹਨੇ ਕੱਢੇ ਨੇ, ਉਹ 50 ਦੇ ਵਿੱਚੋਂ ਘਟ ਗਏ ਨੇ, 47 ਰਹਿ ਗਏ ਨੇ। ਜੇ ਅਜੇ 4-5 ਸਾਲ ਤੱਕ ਵਿਹੜੇ ਵਿੱਚ ਖੇਡਦਾ ਰਿਹਾ ਤੇ ਉਹ ਵੀ 50 ਵਿੱਚੋਂ ਘਟੇ ਨੇ, 45 ਰਹਿ ਗਏ ਨੇ। ਜੇ ਅੱਜ ਹਾਨੀਆਂ ਦੇ ਨਾਲ ਬਾਅਦ 10-12 ਸਾਲ ਦੀ ਉਮਰ ਦੇ ਵਿੱਚ ਖੇਡਦਾ ਪਿਆ, ਉਹ ਵੀ 50 ਵਿੱਚੋਂ ਘਟੇ ਹੀ ਨੇ, 40 ਜਾਂ 38 ਮਗਰ ਰਹਿ ਗਏ ਨੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਕਹਿੰਦੀ ਪੁੱਤਰ ਵੱਡਾ ਹੁੰਦਾ ਪਿਆ, ਪਰ ਇਹ ਵੱਡਾ ਇਸ ਤਰ੍ਹਾਂ ਦਾ ਹੁੰਦਾ ਪਿਆ ਜਦੋਂ ਪਹਿਲੇ ਸਮੇਂ ਵਿੱਚ ਲੋਕ ਦੀਵਾ ਜਗਾਉਂਦੇ ਨੇ, ਸਾਰੇ ਘਰ ਦੇ ਕੰਮ ਕਾਰ ਕਰ ਲੈਂਦੇ ਤੇ ਫਿਰ ਆਖਦੇ ਵੀ ਹੁਣ ਸੌਣਾ ਹੈ, ਕੀ ਕਰੋ ਦੀਵਾ ਵੱਡਾ ਕਰ ਦਿਓ। ਇਹ ਨਹੀਂ ਸੀ ਕਹਿੰਦੇ ਦੀਵਾ ਬੁਝਾ ਦਿਓ। ਇਸ ਲਫ਼ਜ਼ ਨੂੰ ਮਾੜਾ ਸਮਝਿਆ ਜਾਂਦਾ ਸੀ, ਦੀਵਾ ਵੱਡਾ ਕਰ ਦਿਓ ਤੇ ਫਿਰ ਉਸ ਨੂੰ ਫੂਕ ਮਾਰ ਕੇ ਵੱਡਾ ਕਰਨਾ। ਕਬੀਰ ਸਾਹਿਬ ਜੀ ਕਹਿਣ ਲੱਗੇ, ਮਾਂ ਕਹਿੰਦੀ ਪੁੱਤਰ ਵੱਡਾ ਹੋ ਰਿਹਾ, ਪਰ ਮਾਂ ਤੇਰਾ ਪੁੱਤਰ ਉਸ ਦੀਵੇ ਵਾਂਗ ਹੀ ਵੱਡਾ ਹੋ ਰਿਹਾ, ਫੂਕ ਵੱਜਣ ਵਾਲੀ ਹੈ। ਇਹ ਤੇਰੀ ਉਮਰਾਂ ਘਟਦੀ ਪਈ ਹੈ। ਔਧ ਘਟੈ ਦਿਨਸ ਰੈ ਨਾਰੇ। ਅੱਜ ਦਿਨ ਚੜ੍ਹ ਗਿਆ, ਸਾਨੂੰ ਬੜੀ ਖੁਸ਼ੀ ਹੈ, ਮੈਂ ਆਹ ਕੰਮ ਕਰਨਾ, ਮੈਂ ਆਹ ਕੰਮ ਕਰਨਾ, ਮੈਂ ਇੱਥੇ ਜਾਣਾ। ਕਿਸੇ ਨੇ ਰਿਸ਼ਤੇਦਾਰਾਂ 'ਤੇ ਜਾਣਾ, ਕਿਸੇ ਨੇ ਵਿਆਹ ਸਮਾਗਮ 'ਤੇ ਜਾਣਾ, ਕਿਸੇ ਨੇ ਕੋਈ ਮਰਗ ਦੇ ਮੱਥੇ ਲੱਗਣ ਜਾਣਾ, ਕਿਸੇ ਨੇ ਨੌਕਰੀ 'ਤੇ ਜਾਣਾ। ਪਲੈਨਿੰਗ ਬਣੀ ਹੋਈ ਹੈ, ਮੈਂ ਅੱਜ ਸਾਰਾ ਦਿਨ ਇਹ ਕੰਮ ਕਰਾਂਗਾ। ਪਰ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਤੇਰੀ ਜ਼ਿੰਦਗੀ ਦੇ ਵਿੱਚੋਂ ਇਹ ਅੱਜ ਦਾ ਦਿਨ ਘਟਦਾ ਪਿਆ, ਮਾਈਨਸ ਹੁੰਦਾ ਪਿਆ। ਸਾਰਾ ਦਿਨ ਕੰਮ ਕਰਕੇ ਥੱਕੇਗਾ, ਫਿਰ ਆਖੇਗਾ ਹੁਣ ਸੌਂ ਜਾਵਾਂ, ਨੀਂਦ ਆ ਗਈ, ਰਾਤ ਪੈ ਗਈ ਹੈ, ਆਰਾਮ ਕਰਾਂਗਾ। ਪਰ ਜਿਹੜੀ ਆਰਾਮ ਕਰਨ ਵਾਲੀ ਰਾਤ ਤੂੰ ਸਮਝਦਾ ਪਿਆ, ਉਹ ਤੇਰੀ ਜ਼ਿੰਦਗੀ ਵਿੱਚੋਂ ਘਟਦੀ ਪਈ ਹੈ। ਔਧ ਘਟੈ ਦਿਨਸ ਰੈ ਨਾਰੇ।
ਸਮਾਂ ਤੇਰੀ ਜ਼ਿੰਦਗੀ ਦਾ ਇੱਕ ਰਾਤ ਲੰਘੀ ਹੈ, ਰਾਤ ਘਟ ਗਈ ਹੈ, ਦਿਨ ਲੰਘਿਆ ਤੇ ਦਿਨ ਘਟ ਗਿਆ ਹੈ। ਇਹ ਘਟਦਾ ਪਿਆ ਜਿੰਨੇ ਲਿਖਾ ਕੇ ਆਇਆ। ਉਮਰਾਂ ਵੱਧਦੀ ਨਹੀਂ ਪਈ ਹੈ, ਘਟਦੀ ਪਈ ਹੈ, ਪਰ ਮਨੁੱਖ ਸਮਝਿਆ ਨਹੀਂ। ਕਬੀਰ ਸਾਹਿਬ ਜੀ ਕਹਿਣ ਲੱਗੇ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਘੜੀਆਂ ਤੋਂ ਭਾਵ ਗੁਰਮੁਖੋ ਘੜੀਆਂ, ਘੜੀ ਘੜੀ ਦਾ ਸਮਾਂ। ਸਾਡੇ ਗੁੱਟ ਤੇ ਬੰਨ੍ਹਣ ਵਾਲੀ ਘੜੀ ਨਹੀਂ ਹੈ। ਘੜੀ ਕਹਿੰਦੇ 24 ਮਿੰਟਾਂ ਦੇ ਸਮੇਂ ਨੂੰ। ਪੁਰਾਣੀ ਵਰਨ ਵੰਡ ਹੈ ਨਾ, ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਪੈਰ ਘੜੀਆਂ ਇਸ ਤਰ੍ਹਾਂ ਵਿਚਾਰ ਕਰਦੇ ਸਨ। 24 ਮਿੰਟ ਲੰਘ ਗਏ ਨੇ, ਤੇਰੀ ਜ਼ਿੰਦਗੀ ਦੇ ਇੱਕ ਘੜੀ ਘਟ ਗਈ ਹੈ। ਤੇਰੀ ਜ਼ਿੰਦਗੀ ਵਿੱਚ 24 ਮਿੰਟ ਲੰਘੇ, ਤੇਰੇ ਵਾਸਤੇ ਕੁਝ ਵੀ ਨਹੀਂ। ਤੂੰ ਜਾਂਦਾ ਜਾਂਦਾ ਗਲੀ ਵਿੱਚ ਕਿਤੇ ਖੜ ਗਿਆ, ਚਾਰ ਗੱਲਾਂ ਕਿਸੇ ਨਾਲ ਕਰੇਗਾ, ਚਾਰ ਸੁਣੇਗਾ, ਘੜੀ ਤੇ ਲੰਘ ਜਾਣੀ। ਅੱਧਾ ਘੰਟਾ ਤੇ ਐ ਗਿਆ ਬਿਨਾਂ ਹੀ ਗੱਲ ਤੋਂ। ਤੈਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਪਰ ਅਸਲ ਵਿੱਚ ਤੇਰੀ ਜ਼ਿੰਦਗੀ ਨੂੰ ਫਰਕ ਪੈ ਗਿਆ ਹੀ। ਤੂੰ 24 ਮਿੰਟ ਘਟ ਗਿਆ, ਇੱਕ ਘੜੀ ਘਟ ਗਿਆ ਜ਼ਿੰਦਗੀ ਵਿੱਚ। ਫਿਰ ਜਦੋਂ ਘੜੀਆਂ ਇਕੱਠੀਆਂ ਕੀਤੀਆਂ ਜਾਂਦੀਆਂ, ਇੱਕ ਘੜੀ ਲੰਘੀ ਹੈ, 2 ਲੰਘੀ ਹੈ, 3 ਲੰਘੀ ਹੈ, 4 ਲੰਘੀ ਹੈ, ਤੇ ਫਿਰ ਤੇਰੀ ਜ਼ਿੰਦਗੀ ਦਾ ਇੱਕ ਪਹਿਰ ਘਟ ਗਿਆ। ਗੁਰਮੁਖੋ ਪਹਿਰ ਕਹਿੰਦੇ ਨੇ 3 ਘੰਟਿਆਂ ਦੇ ਸਮੇਂ। ਮੰਨ ਲਓ ਆਪਾਂ 6 ਵਜੇ ਉੱਠੇ ਆ ਨਾ, ਤੇ 9 ਵਜੇ ਤੱਕ ਆਪਾਂ ਨਹਾਤੇ ਧੋਤੇ ਆ, ਤਿਆਰ ਹੋਏ ਆ, ਕੱਪੜਾ ਪੱਗ ਬੱਧੀ ਹੈ। 9 ਵੱਜ ਗਿਆ ਵੀ ਚਲੋ ਹੁਣ ਨੌਕਰੀ 'ਤੇ ਜਾਣਾ। 6 ਵਜੇ ਤੋਂ ਲੈ ਕੇ 9 ਵਜੇ ਤੱਕ 3 ਘੰਟੇ ਤਿਆਰ ਹੁੰਦਾ ਰਿਹਾ, ਫੱਬਦਾ ਰਿਹਾ। ਇਹ ਤੇਰੀ ਜ਼ਿੰਦਗੀ ਦੇ 3 ਘੰਟੇ, ਇੱਕ ਪਹਿਰ ਘਟ ਗਿਆ ਤੇਰੀ ਜ਼ਿੰਦਗੀ ਵਿੱਚੋਂ। ਜਿੰਨੇ ਪਹਿਰ ਲਿਖਾ ਕੇ ਲੈ ਕੇ ਆਇਆ ਰੱਬ ਦੇ ਕੋਲੋਂ, ਉਮਰਾਂ ਦੀ ਮੋਹਲਤ ਲੈ ਕੇ ਆਇਆ, ਉਹ ਘਟ ਗਿਆ ਇੱਕ ਪਹਿਰ। 3 ਘੰਟੇ ਦਾ ਸਮਾਂ ਘਟਿਆ। ਫਿਰ ਦੂਜਾ ਪਹਿਰ ਵੀ ਚੱਲੇਗਾ, ਤੀਜਾ ਪਹਿਰ ਵੀ ਚੱਲੇਗਾ, ਚੌਥਾ ਪਹਿਰ ਵੀ ਚੱਲੇਗਾ। 3 ਘੰਟਿਆਂ ਦੇ 4 ਪਹਿਰ ਚਲੇ ਜਾਣਗੇ, 12 ਘੰਟੇ ਹੋ ਜਾਣਗੇ, ਤੇ ਫਿਰ ਤੇਰੀ ਜ਼ਿੰਦਗੀ ਦਾ ਇੱਕ ਦਿਨ ਚਲੇ ਜਾਏਗਾ। ਇੱਕ ਦਿਨ ਖਤਮ ਹੋ ਜਾਏਗਾ। ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਪਏ, ਕਿਸੇ ਤਰ੍ਹਾਂ ਹੀ ਠੋਕਰ ਵੱਜ ਜਾਵੇ, ਕਿਸੇ ਤਰ੍ਹਾਂ ਹੀ ਸਮਝ ਆ ਜਾਵੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਘੜੀਆਂ ਤੋਂ ਬਣ ਗਿਆ ਪਹਿਰ, ਪਹਿਰ ਤੋਂ ਬਣ ਗਿਆ ਦਿਨ। ਕਿਉਂਕਿ ਘੜੀ ਛੋਟੀ ਹੈ, 24 ਮਿੰਟਾਂ ਦੀ ਹੈ। ਪਹਿਰ ਵੱਡਾ 3 ਘੰਟਿਆਂ ਦਾ, ਤੇ ਦਿਨ ਉਸ ਤੋਂ ਵੱਡਾ 12 ਘੰਟਿਆਂ ਦਾ। ਕਬੀਰ ਜੀ ਕਹਿਣ ਲੱਗੇ, ਬੰਦਿਆ ਤੇਰੀ ਉਮਰਾਂ ਘੜੀ ਕਰਕੇ, ਪਹਿਰ ਕਰਕੇ, ਦਿਨ ਕਰਕੇ ਘਟਦੀ ਪਈ ਹੈ। ਬਖਸ਼ਦੇ ਹਨ ਕਾਲ ਹੇਰੀ ਫਿਰੇ ਬਦਕ ਜਿਉ। ਆਵ ਘਟੈ, ਆਵ ਨਾਮ ਉਮਰਾਂ ਦਾ। ਤੇਰੀ ਉਮਰਾਂ ਘਟਦੀ ਪਈ ਹੈ। ਇਕੱਲੀ ਉਮਰਾਂ ਹੀ ਨਹੀਂ ਘਟਦੀ ਪਈ, ਤਨ ਛੀਜੈ। ਤੇਰਾ ਸਰੀਰ ਵੀ ਕ੍ਰਿਸ਼ ਹੁੰਦਾ ਜਾਂਦਾ, ਸੁੰਗੜਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ। ਆਪਾਂ ਆਮ ਹੀ ਇਹ ਗੱਲ ਸੁਣਦੇ ਨਾ, ਬਜ਼ੁਰਗ ਆਖਦੇ, ਮੈਂ ਜਵਾਨੀ ਦੇ ਵਿੱਚ ਨਾ ਇੰਨਾ ਭਾਰ ਚੁੱਕ ਲੈਂਦਾ ਸੀ, ਮੈਂ ਜਵਾਨੀ ਦੇ ਵਿੱਚ ਨਾ ਇੰਨੀ ਵੱਡੀ ਛਾਲ ਮਾਰ ਲੈਂਦਾ ਸੀ, ਮੈਂ ਜਵਾਨੀ ਦੇ ਵਿੱਚ ਨਾ ਫਲਾਣੀ ਥਾਂ 'ਤੇ ਦੌੜ ਕੇ ਚਲਾ ਜਾਂਦਾ ਸੀ। ਤੇ ਪੁੱਛਿਆ ਜਾਵੇ ਵੀ ਤੂੰ ਹੈ ਤੇ ਉਹੀ ਨਾ ਜਿਹੜਾ ਜਵਾਨੀ ਦੇ ਵਿੱਚ ਸੀ, ਹੁਣ ਛਾਲ ਮਾਰ ਕੇ ਵਿਖਾ, ਹੁਣ ਤੁਰ ਕੇ ਵਿਖਾ, ਹੁਣ ਭਾਰ ਚੁੱਕ ਕੇ ਵਿਖਾ। ਕਹਿਣ ਲੱਗਾ, ਨਹੀਂ, ਹੁਣ ਸਰੀਰ ਵਿੱਚ ਤਾਕਤ ਨਹੀਂ ਰਹਿ ਗਈ, ਹੁਣ ਉਹਨੇ ਜੋਗਾ ਸਰੀਰ ਰਹਿ ਨਹੀਂ ਗਿਆ, ਹੁਣ ਤੇ ਮਸਾਂ ਆਪਣਾ ਆਪ ਹੀ ਸੰਭਾਲਿਆ ਜਾਂਦਾ। ਕੀ ਹੋਇਆ? ਸਰੀਰ ਤੇ ਉਹੀ ਹੈ ਜਿਹੜਾ ਬਚਪਨ ਦੇ ਵਿੱਚ ਸੀ, ਸਰੀਰ ਤੇ ਉਹੀ ਹੈ ਜਿਹੜਾ ਜਵਾਨੀ ਦੇ ਵਿੱਚ, ਸਰੀਰ ਉਹੀ ਹੈ ਜਿਹੜਾ ਬੁਢੇਪੇ ਦੇ ਵਿੱਚ ਹੈ। ਪਰ ਬੰਦਾ ਇਸ ਗੱਲ ਨੂੰ ਮੰਨ ਗਿਆ ਹੈ ਵੀ ਬੁਢੇਪੇ ਦੇ ਵਿੱਚ ਉਹ ਤਾਕਤ ਸਰੀਰ ਦੀ ਨਹੀਂ ਰਹਿ ਗਈ ਜਿਹੜੀ ਜਵਾਨੀ ਦੇ ਵਿੱਚ ਹੈ। ਕਿਉਂਕਿ ਸਰੀਰ ਕਮਜ਼ੋਰ ਹੋ ਗਿਆ। ਅੱਜ ਇਸ ਤੋਂ ਭੱਜਿਆ ਨਹੀਂ ਜਾਏਗਾ, ਮਸਾਂ ਤੁਰੇਗਾ। ਅੱਜ ਇਹ ਭਾਰ ਨਹੀਂ ਚੁੱਕ ਸਕਦਾ, ਮਸਾਂ ਆਪਣਾ ਆਪ ਲੈ ਕੇ ਤੁਰੇਗਾ। ਉਹ ਵੀ ਡੰਡੇ ਦੇ ਆਸਰੇ ਨਾਲ ਹੀ ਤੁਰੇਗਾ, ਆਪਣਾ ਭਾਰ ਡੰਡੇ ਦੇ ਪਾਏਗਾ। ਕਦੇ ਡੰਡਿਆਂ ਦੀ ਪੰਡ ਸਿਰ ਤੇ ਚੁੱਕ ਕੇ ਤੁਰ ਪੈਂਦਾ ਸੀ, ਅੱਜ ਡੰਡੇ ਦਾ ਸਹਾਰਾ ਲੈ ਕੇ ਆਪ ਤੁਰਦਾ ਪਿਆ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ ਇੰਨੀ ਨਿੱਕੀ ਜੰਗੀ ਹੈ। ਜੰਗਾਂ ਲੱਤਾਂ ਨੂੰ ਕਹਿੰਦੇ। ਕਹਿਣ ਲੱਗੇ ਵੀ ਇਹਨਾਂ ਲੱਤਾਂ ਦੇ ਨਾਲ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਇਹਨਾਂ ਜੰਗਾਂ ਦੇ ਨਾਲ ਥਲ ਡੂੰਗਰ ਭਵੇ ਓਮ। ਮੈਂ ਕਦੇ ਮਾਰੂ ਥਲ ਦੇ ਟਿੱਬਿਆਂ 'ਤੇ ਚੜ੍ਹ ਜਾਂਦਾ ਸੀ, ਕਦੇ ਮੈਂ ਟਿੱਬਿਆਂ ਤੋਂ ਥੱਲੇ ਖਾਈ ਵਿੱਚ ਛਾਲ ਮਾਰ ਦਿੰਦਾ ਸੀ, ਕਦੇ ਨਹਿਰਾਂ ਵਿੱਚ ਬੜੀਆਂ ਟੁੱਬੀਆਂ ਲਾਈਆਂ,
ਬੜੇ ਗੋਤੇ ਲਏ ਤੇ ਬੜੇ ਗੋਤੇ ਦਵਾਏ, ਬੜੀਆਂ ਮੱਝਾਂ ਦੀਆਂ ਪੂਛਾਂ ਪੱਟੀਆਂ, ਬੜਾ ਕੁਝ ਕੀਤਾ। ਜਵਾਨੀ ਸੀ, ਹੱਥ ਨਹੀਂ ਸੀ ਕਿਸੇ ਦੇ ਆਉਂਦਾ। ਹਲ ਡੂੰਗਰ ਭਾਵੇਂ ਓਮ, ਪਤਾ ਨਹੀਂ ਕਿੰਨੀਆਂ ਕੁ ਜਗ੍ਹਾ ਫਿਰ ਆਇਆ। ਸ਼ਰਤਾਂ ਲਾ ਲਾ ਕੇ ਪਹਾੜੀ ਚੜ੍ਹਦਾ ਆਈਦਾ ਸੀ ਦੌੜ ਕੇ। ਚੱਲ ਮੇਰੇ ਨਾਲ ਭੱਜ ਕੇ ਵਿਖਾ ਕਿਹੜਾ ਪਹਿਲਾਂ ਚੜ੍ਹਦਾ, ਚੱਲ ਮੇਰੇ ਨਾਲ ਛਾਲ ਮਾਰ ਕੇ ਵਿਖਾ, ਚੱਲ ਮੇਰੇ ਨਾਲ ਦੌੜ ਕੇ ਵਿਖਾ। ਸ਼ਰਤਾਂ ਲਾਈਆਂ ਬੜੀਆਂ ਜਵਾਨੀ ਦੇ ਵਿੱਚ। ਪਰ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ, ਆਜ ਫਰੀਦਾ ਕੁੰਜੜਾ। ਅੱਜ ਦੀ ਜਿਹੜੀ ਮੇਰੀ ਹਾਲਤ ਹੈ ਨਾ ਇਸ ਵਕਤ ਦੀ, ਉਹ ਇਹ ਹੈ ਕਿ ਮੈਂ ਜਿਹੜੀ ਛੱਪਰ ਦੇ ਵਿੱਚ ਲੰਮੇ ਪਿਆ ਹਾਂ, ਛੰਨ ਦੇ ਵਿੱਚ ਲੰਮੇ ਪਿਆ ਹਾਂ, ਮੈਂ ਮੰਜੇ 'ਤੇ ਬੈਠਾ ਹਾਂ, ਇੱਕ ਨੁੱਕਰ 'ਤੇ ਘੜਾ ਪਿਆ ਪਾਣੀ ਵਾਲਾ, ਮੈਨੂੰ ਪਿਆਸ ਲੱਗੀ ਹੈ। ਸਿਰਫ 2 ਕਦਮਾਂ ਚੱਲਣਾ ਤੇ ਮੈਂ ਘੜੇ ਕੋਲ ਪਹੁੰਚ ਜਾਣਾ ਭਰਨ ਵਾਸਤੇ ਇੱਕ ਕਟੋਰਾ ਪਾਣੀ ਦਾ। ਪਰ ਕਹਿਣ ਲੱਗੇ 2 ਕਦਮ ਵੀ ਚੱਲਣੇ ਮੈਨੂੰ ਇੰਨੇ ਔਖੇ ਲੱਗਦੇ ਨੇ ਜਿਵੇਂ ਮੰਨ ਲਓ ਵੀ 100 ਕੋਹ ਦਾ ਸਫ਼ਰ ਤੈਅ ਕਰਨਾ ਹੋਵੇ। ਆਜ ਫਰੀਦਾ ਕੂੰਜੜਾ ਸੈ ਕੋਹਾਂ, ਸੈ ਤੋਂ ਭਾਵ ਸੈਂਕੜੇ। ਅੱਜ ਮੈਨੂੰ ਮੇਰਾ ਘੜਾ ਪਾਣੀ ਵਾਲਾ ਜਿਹੜਾ ਮੇਰੇ ਕਮਰੇ ਦੇ ਵਿੱਚ ਹੀ ਪਿਆ ਹੈ, ਮੇਰੇ ਮੰਜੇ ਦੇ ਬਿਲਕੁਲ ਨੇੜੇ ਹੀ ਪਿਆ ਹੈ, 2 ਕਦਮ ਪੱਟਾਂਗਾ ਤੇ ਘੜੇ ਤੱਕ ਪਹੁੰਚਾਂਗਾ। ਜਾਂ ਆਪਾਂ ਅੱਜ ਇਹ ਗੱਲ ਕਹਿ ਲਈਏ ਵੀ ਮੇਰੇ ਬੈੱਡਰੂਮ ਤੋਂ ਮੇਰੀ ਜਿਹੜੀ ਰਸੋਈ ਹੈ, ਜਿੱਥੇ ਫਰਿੱਜ ਪਿਆ, ਜਿੱਥੋਂ ਮੈਂ ਪਾਣੀ ਲੈਣਾ, ਕੋਈ ਬਹੁਤਾ ਦੂਰ ਨਹੀਂ। ਕੀ ਕਰਦਾ, ਪਾਣੀ ਫਰਿੱਜ ਵਿੱਚੋਂ ਕੱਢ ਕੇ ਠੰਡਾ ਪੀਵਾਂ। ਪਰ ਫਰਿੱਜ ਵੀ ਅੱਜ ਘਰ ਦੀ ਮੈਨੂੰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਬੀਕਾਨੇਰੀ ਪਈ ਹੋਵੇ, 100 ਮੀਲ ਦੀ ਦੂਰੀ 'ਤੇ ਪਈ ਹੋਵੇ, ਪਹੁੰਚਿਆ ਨਹੀਂ ਜਾਣਾ। ਕਿਉਂਕਿ ਅੱਜ ਗੋਡੇ ਪੀੜ ਕਰਦੇ ਪਏ, ਪੈਰ ਪੀੜ ਕਰਦੇ ਪਏ, ਸਰੀਰ ਦਰਦ ਕਰਦਾ ਪਿਆ, ਉੱਠਣਾ ਬੜਾ ਔਖਾ। ਅੱਜ ਐਸੀ ਹਾਲਤ ਬਣ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਆਵ ਘਟੈ, ਕੱਲੀ ਉਮਰਾਂ ਨਹੀਂ ਘਟਦੀ ਪਈ, ਤਨ ਸ਼ੀਜਾ, ਤੇਰਾ ਸਰੀਰ ਵੀ ਸੁੰਗੜਦਾ ਪਿਆ, ਇਕੱਠਾ ਹੁੰਦਾ ਪਿਆ। ਜਿਹੜੇ ਜਵਾਨੀ ਵੇਲੇ ਕੱਪੜੇ ਪਾਉਂਦਾ ਸੀ ਨਾ, ਬੁਢੇਪੇ ਵੇਲੇ ਪਾਵੇਂਗਾ ਉਹ ਵੱਡੇ ਵੱਡੇ ਲੱਗਣਗੇ। ਹੈ ਉਹੀ ਨੇ ਜਿਹੜੇ ਤੇਰੇ ਨੇ, ਪਰ ਅੱਜ ਉਹ ਵੱਡੇ ਵੱਡੇ ਲੱਗਦੇ ਪਏ। ਕੱਪੜੇ ਨਹੀਂ ਵੱਧ ਗਏ, ਤੇਰਾ ਸਰੀਰ ਸੁੰਗੜ ਗਿਆ, ਉਹ ਤਣਾਅ ਨਹੀਂ ਰਹਿ ਗਿਆ, ਉਹ ਖਿੱਚ ਨਹੀਂ ਰਹਿ ਗਈ ਸਰੀਰ ਵਿੱਚ, ਢਿੱਲਾ ਪੈ ਗਿਆ। ਇਹ ਸਰੀਰ ਕ੍ਰਿਸ਼ ਕਹੀਏ ਕਮਜ਼ੋਰ ਹੋ ਗਿਆ, ਕ੍ਰਿਸ਼ ਕਹੀਏ ਸੁੰਗੜ ਗਿਆ। ਐਸੀ ਤੇਰੀ ਹਾਲਤ ਬਣ ਗਈ ਹੈ। ਕਾਲ ਅਹੇਰੀ ਫਿਰੈ ਬਦਕ ਜਿਉ। ਜਿਹੜਾ ਕਾਲ ਹੈ ਨਾ, ਮੌਤ, ਅਹੇਰੀ ਕਹੀਏ ਸ਼ਿਕਾਰੀ ਦੇ ਵਾਂਗ। ਸ਼ਿਕਾਰੀ ਸ਼ਿਕਾਰ ਕਰਨ ਜਾਂਦੇ ਨਾ, ਬਿੱਲੇ ਫੜਨ ਆਉਂਦੇ ਕੁੱਤੇ ਲੈ ਕੇ, ਉਹਨਾਂ ਦਾ ਧਿਆਨ ਕਿਤੇ ਨਹੀਂ ਹੁੰਦਾ, ਬਿੱਲੇ ਵੱਲ ਹੀ ਹੁੰਦਾ। ਵੇਖਦੇ ਨੇ ਚੰਗੀ ਤਰ੍ਹਾਂ ਵੀ ਕਿੱਥੇ ਕੋਈ ਬਿੱਲਾ ਸਾਨੂੰ ਕੋਈ ਮਾੜੀ ਮੋਟੀ ਹਲਚਲ ਦਿਸੇ, ਕੁੱਤੇ ਮਗਰ ਛੱਡੀਏ। ਜਾਂ ਜਿਹੜੇ ਲੋਕ ਜੰਗਲ ਵਿੱਚ ਜਾਂਦੇ ਨੇ ਸ਼ਿਕਾਰ ਕਰਨ ਵਾਸਤੇ, ਕਿ ਉੱਥੇ ਕੋਈ ਹਿਰਨ ਮਾਰਾਂਗੇ, ਕੋਈ ਖਰਗੋਸ਼ ਮਾਰ ਲਵਾਂਗੇ, ਉਹਨਾਂ ਦੀ ਨਿਗਾਹ ਆਪਣੇ ਸ਼ਿਕਾਰ 'ਤੇ ਹੁੰਦੀ ਹੈ ਵੀ ਕਿਸੇ ਬੰਨਿਓ ਮਾੜੀ ਜੀ ਹਲਚਲ ਹੋਵੇ ਤੇ ਅਸੀਂ ਛੇਤੀ ਨਾਲ ਉੱਥੇ ਆਪਣਾ ਨਿਸ਼ਾਨਾ ਲਾਈਏ। ਮਹਾਰਾਜ ਕਹਿਣ ਲੱਗੇ, ਬਿੱਲ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ ਜਿਹੜਾ ਮੌਤ ਦਾ ਸ਼ਿਕਾਰੀ ਹੈ, ਮੌਤ ਦਾ ਫਰਿਸ਼ਤਾ ਹੈ, ਉਹ ਸ਼ਿਕਾਰੀ ਦੇ ਵਾਂਗ ਤੈਨੂੰ ਹੀ ਲੱਭਦਾ ਪਿਆ। ਤੇਰੇ 'ਤੇ ਹੀ ਨਜ਼ਰ ਹੈ ਵੀ ਮਾੜਾ ਜਿਹਾ ਤੇਰਾ ਸਮਾਂ ਪੂਰਾ ਹੋਵੇ ਸਹੀ ਤੇ ਤੇਰੇ ਗਲ ਦੇ ਉੱਪਰ ਅੰਗੂਠਾ ਰੱਖਾਂ ਆ ਕੇ। ਕਾਲ ਅਹੇਰੀ, ਕਾਲ ਜਿਹੜਾ ਹੈ ਅਹੇਰੀ ਕਹੀਏ ਸ਼ਿਕਾਰੀ ਦੇ ਵਾਂਗ ਫਿਰੈ ਬਦਕ ਜਿਉਂ। ਬਦਕ ਕਹੀਏ ਫੰਦਕ ਦੇ ਵਾਂਗ ਤੇਰੇ ਗਲ ਵਿੱਚ ਰੱਸੀ ਪਾਉਣ ਨੂੰ ਤਿਆਰ ਹੈ, ਤੇਰੇ ਸਿਰ 'ਤੇ ਖਲੋਤਾ ਹੋਇਆ, ਸ਼ਿਕਾਰੀ ਦੇ ਵਾਂਗ ਲੱਭਦਾ ਪਿਆ, ਫੰਦਕ ਦੇ ਵਾਂਗ ਤੈਨੂੰ ਪਕੜਨਾ ਚਾਹੁੰਦਾ, ਗ੍ਰਿਫਤਾਰ ਕਰਨਾ ਚਾਹੁੰਦਾ। ਮੌਤ ਤੇਰੇ ਤੋਂ ਦੂਰ ਨਹੀਂ, ਤੇਰੇ ਸਿਰ 'ਤੇ ਖਲੋਤੀ ਹੋਈ ਹੈ। ਕਹੋ ਕਵਨ ਬਿਧ ਕੀਜੈ। ਮਹਾਰਾਜ ਕਹਿਣ ਲੱਗੇ, ਬੰਦਿਆ ਇਹ ਗੱਲ ਦੱਸ, ਮੌਤ ਤੋਂ ਬਚਣ ਵਾਸਤੇ ਕੀ ਕੀਤਾ ਈ? ਠੰਡ ਆਉਂਦੀ ਹੈ ਨਾ, ਤੇ ਠੰਡ ਵਾਸਤੇ ਅਸੀਂ ਪਹਿਲਾਂ ਹੀ ਆਪਣੇ ਮੋਟੇ ਕੱਪੜੇ ਨਹੀਂ ਕੋਲ ਤੇ ਬਾਜ਼ਾਰੋਂ ਨਵੇਂ ਲੈ ਆਈਦੇ। ਬਾਜ਼ਾਰੋਂ ਨਹੀਂ ਲਿਆ ਸਕਦਾ ਤੇ ਘਰੇ ਬਣਾ ਲੈਂਦਾ, ਕਿਉਂਕਿ ਠੰਡ ਆ ਗਈ ਹੈ, ਇੰਤਜ਼ਾਮ ਕਰਨਾ ਪੈਣਾ। ਗਰਮੀ ਆ ਗਈ ਹੈ, ਉਹਦਾ ਇੰਤਜ਼ਾਮ ਹੈ। ਠੰਡ ਆ ਗਈ ਹੈ, ਕਿੱਥੇ ਮੈਂ ਸੌਣਾ ਹੈ, ਮਕਾਨ ਮੰਜੇ ਦਾ ਇੰਤਜ਼ਾਮ ਕਰਦਾ ਹੈ। ਵਿਆਹ ਸ਼ਾਦੀ ਆ ਜਾਂਦੀ ਹੈ, ਉਹਦਾ ਵੱਖਰਾ ਇੰਤਜ਼ਾਮ ਕਰਦਾ, ਕਿਹੜੇ ਕੱਪੜੇ ਪਾ ਕੇ ਜਾਣੇ, ਕਿਹੜਾ ਕੱਪੜਾ ਦੇਣਾ ਹੈ। ਇੰਤਜ਼ਾਮ ਤੇ ਸਾਰੇ ਕਰਦਾ ਪਿਆ, ਪਰ ਮੌਤ ਨੇੜੇ ਆਈ ਹੈ, ਕੋਈ ਉਹਦਾ ਇੰਤਜ਼ਾਮ ਕੀਤਾ? ਜਿਸ ਦਿਨ ਮੌਤ ਦਾ ਫਰਿਸ਼ਤਾ ਮੇਰੇ ਸਾਹਮਣੇ ਆਵੇਗਾ ਉਸ ਦਿਨ ਕੀ ਕਰਨਾ? ਨਹੀਂ,
ਦੁਨੀਆ ਦੇ ਇੰਤਜ਼ਾਮ ਦਾ ਪਤਾ ਹੈ। ਵਿਆਹ 'ਤੇ ਜਾਣਾ ਤੇ ਉਹਦੇ ਵਾਸਤੇ ਕੀ ਤਿਆਰੀ ਕਰਨੀ ਹੈ, ਕਿਵੇਂ ਸ਼ਗਨ ਦੇਣਾ, ਭੁੱਖ ਲੱਗੀ ਹੈ ਤੇ ਕੀ ਖਾਣਾ, ਠੰਡ ਆ ਗਈ ਹੈ ਤੇ ਕੀ ਕਰਨਾ, ਗਰਮੀ ਆ ਗਈ ਤੇ ਕੀ ਕਰਨਾ। ਜੇ ਮੈਂ ਬੁੱਢਾ ਹੋ ਕੇ ਮੰਜੇ 'ਤੇ ਪੈ ਗਿਆ ਤੇ ਉਦੋਂ ਮੈਂ ਕੀ ਕਰਨਾ ਹੈ, ਆਪਣੀ ਇੰਸ਼ੋਰੈਂਸ 'ਤੇ ਕਰਵਾ ਲੈਂਦਾ ਹੈ। ਜਿਉਂਦਿਆਂ ਤੇ ਬੜਾ ਕੁਝ ਕਰਦਾ, ਪਰ ਮਹਾਰਾਜ ਕਹਿਣ ਲੱਗੇ ਜੇ ਨਹੀਂ ਕਰਦਾ ਤੇ ਮਰਨ ਤੋਂ ਮਗਰੋਂ ਕੀ ਹੋਣਾ, ਇਹ ਕੁਝ ਨਹੀਂ ਕਰਦਾ। ਜਦੋਂ ਮੌਤ ਦਾ ਫਰਿਸ਼ਤਾ ਮੇਰੇ ਸਾਹਮਣੇ ਆਵੇਗਾ ਉਦੋਂ ਮੈਂ ਕੀ ਕਰਾਂ। ਜਿਉਂਦਿਆਂ ਮਰਨ ਤੋਂ ਮਗਰੋਂ ਆਪਣੇ ਪਰਿਵਾਰ ਦਾ ਬੜਾ ਧਿਆਨ ਰੱਖਦਾ ਵੀ ਮੇਰੇ ਮਰਨ ਤੋਂ ਮਗਰੋਂ ਵੀ ਮੇਰਾ ਬੀਮਾ ਹੋਵੇ, ਜਿਹੜਾ ਮੇਰੇ ਅੱਗੇ ਬੱਚਿਆਂ ਨੂੰ, ਅੱਗੇ ਸੰਤਾਨ ਨੂੰ ਪੈਸਾ ਮਿਲੇ। ਤੂੰ ਤੇ ਮਰਨ ਤੋਂ ਮਗਰੋਂ ਵੀ ਸੰਤਾਨ ਨੂੰ ਪੈਸੇ ਦੇਣ ਦੀ ਸੋਚਦਾ ਪਿਆ, ਪਰ ਆਪਣੇ ਵਾਸਤੇ ਕੀ ਕੀਤਾ, ਇਹ ਗੱਲ ਦਾ ਜਵਾਬ ਦੇ ਵੀ ਕੀਤਾ ਆਪਣੇ ਲਈ ਕੀ ਕੀਤਾ। ਜਦੋਂ ਮੌਤ ਦਾ ਫਰਿਸ਼ਤਾ ਸਾਹਮਣੇ ਆਏਗਾ ਉਦੋਂ ਕੀ ਆਖੇਗਾ ਵੀ ਮੈਂ ਇੰਨੇ ਬੀਮੇ ਕਰਾਏ ਹੋਏ ਨੇ। ਉਦੋਂ ਕੀ ਕਵੇਂਗਾ ਵੀ ਇੰਨੇ ਵੈਦ ਹਕੀਮ ਮੈਂ ਕੋਲ ਬਿਠਾਏ ਹੋਏ ਨੇ, ਮੈਂ ਦਵਾਈ ਖਾਵਾਂਗਾ। ਨਹੀਂ, ਮੌਤ ਦੇ ਫਰਿਸ਼ਤੇ ਅੱਗੇ ਕੁਝ ਨਹੀਂ ਚੱਲਣਾ। ਉਸੇ ਤੇ ਕਿੰਨੀ ਕਮਾਈ ਕੀਤੀ ਹੈ ਇਹ ਗੱਲ ਹੋਣੀ ਹੈ, ਪਰ ਬੰਦਿਆ ਇਸ ਗੱਲ ਦਾ ਉੱਤਰ ਤੇ ਦੇ ਦੇਣਾ ਵੀ ਤੂੰ ਕੀਤਾ ਕੀ ਹੈ ਉਹਦੇ ਵਾਸਤੇ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਮੌਤ ਦੇ ਫਰਿਸ਼ਤੇ ਤੋਂ ਬਚਣ ਦਾ ਕਿਹੜਾ ਯਤਨ ਕੀਤਾ ਹੈ। ਸੋ ਦਿਨ ਆਵਨ ਲਾਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਮੌਤ ਵਾਲਾ ਦਿਨ ਉਹ ਭਲਿਆ ਜਿਹੜਾ ਕੱਲ ਤੇਰੇ ਗੁਆਂਢੀ ਤੇ ਆਇਆ ਸੀ, ਤੇਰੇ ਪੜੋਸੀ ਤੇ ਆਇਆ ਸੀ। ਉਹ ਮੌਤ ਵਾਲਾ ਦਿਨ ਅੱਜ ਤੇਰੇ ਵੀ ਨੇੜੇ ਆਉਂਦਾ ਪਿਆ। ਕਦੇ ਸਮਾਂ ਸੀ ਤੂੰ ਦਾਦੇ ਦੀ ਅਰਥੀ ਨੂੰ ਮੋਢਾ ਦਿੱਤਾ, ਕਦੇ ਸਮਾਂ ਤੂੰ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਦਿੱਤਾ। ਅੱਜ ਸਮਾਂ ਆ ਗਿਆ ਤੇਰੇ ਪੁੱਤ ਪੋਤਰੇ ਤੇਰੀ ਅਰਥੀ ਨੂੰ ਮੋਢਾ ਦੇਣਗੇ। ਉਹ ਸਮਾਂ ਨੇੜੇ ਆ ਟੁਕਿਆ ਹੀ, ਦੱਸ ਕੀ ਕੀਤਾ ਉਹਦੇ ਵਾਸਤੇ। ਉਹ ਦਿਨ ਆਵਣ ਲੱਗਾ, ਉਹ ਮੌਤ ਦਾ ਦਿਨ ਤੇਰੇ ਬਿਲਕੁਲ ਨੇੜੇ ਨਜ਼ਦੀਕ ਆ ਗਿਆ। ਦੱਸ ਉਹਦੇ ਵਾਸਤੇ ਕੀ ਇੰਤਜ਼ਾਮ ਹੈ। ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕੋ ਹੈ ਕਾਕਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਉਂਦਿਆਂ ਜਿਹੜੇ ਰਿਸ਼ਤੇਦਾਰ ਬਣਾਏ ਨਾ ਜਾਂ ਬਣ ਗਏ। ਰਿਸ਼ਤਾ ਕਿਵੇਂ ਪੈ ਗਿਆ, ਜੇ ਜਨਮ ਦਿੱਤਾ ਉਹ ਮਾਂ ਬਣ ਗਈ, ਜਿਹਨੇ ਪਾਲਿਆ ਉਹ ਬਾਪ ਬਣ ਗਿਆ, ਦੋ ਰਿਸ਼ਤੇ ਬਣ ਗਏ। ਜਿਹੜਾ ਨਾਲ ਜਨਮ ਲੈ ਕੇ ਆਇਆ ਉਹ ਭਾਈ ਜਾਂ ਭੈਣ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹਨੂੰ ਅੱਗੇ ਤੂੰ ਜਨਮ ਦਿੱਤਾ ਉਹ ਪੁੱਤਰ ਬਣ ਗਿਆ, ਜਿਹਨੇ ਤੇਰੇ ਪੁੱਤਰ ਨੂੰ ਜਨਮ ਦਿੱਤਾ ਉਹ ਤੇਰੀ ਘਰ ਵਾਲੀ ਬਣ ਗਈ। ਰਿਸ਼ਤੇ ਬਣ ਗਏ ਨਾ ਆਪਣੇ ਆਪ ਹੀ, ਜਿਵੇਂ ਜਿਵੇਂ ਦੁਨੀਆ ਤੇ ਵਿਚਰਿਆ। ਭਾਵੇਂ ਮਾਤਾ ਹੈ, ਪਿਤਾ ਹੈ, ਭਾਈ ਹੈ, ਪੁੱਤਰ ਹੈ, ਘਰ ਵਾਲੀ ਹੈ। ਤੇ ਕਾਕਾ ਨਾਮ ਗੁਰਮੁਖੋ ਚਾਚੇ ਦਾ ਹੈ। ਕੋਈ ਚਾਚੇ ਨੂੰ ਕਾਕਾ ਕਹਿ ਦਿੰਦਾ ਕਈ ਬੋਲੀਆਂ ਵਿੱਚ, ਕਈ ਥਾਵਾਂ ਤੇ, ਜਾਂ ਕਈਆਂ ਥਾਵਾਂ ਤੇ ਵੱਡੀ ਉਮਰ ਦੇ, ਜਿਵੇਂ ਆਪਾਂ ਦਾਦਾ ਕਹਿ ਦਿੰਦੇ ਜਾਂ ਬਜ਼ੁਰਗ ਕਹਿ ਦਿੰਦੇ, ਉੱਥੇ ਕਈਆਂ ਥਾਵਾਂ ਤੇ ਵੱਡੀ ਉਮਰ ਦੇ ਵਿਅਕਤੀ ਨੂੰ ਕਾਕਾ ਕਹਿ ਦਿੰਦੇ। ਪਰ ਉੱਥੇ ਖੁਸ਼ ਨਹੀਂ ਹੋ ਜਾਣਾ ਮੈਨੂੰ ਕਾਕਾ ਬਣਾਤਾ, ਮੈਂ ਨਿੱਕਾ ਜਿਹਾ ਬਣ ਗਿਆ। ਨਹੀਂ, ਕਾਕੇ ਤੋਂ ਭਾਵ ਵੱਡਾ ਹੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਚਾਚਾ ਹੈ ਤੇ ਭਾਵੇਂ ਤਾਇਆ ਹੈ ਤੇ ਭਾਵੇਂ ਕੋਈ ਵੱਡਾ ਹੈ, ਇਹ ਜਿੰਨੀਆਂ ਰਿਸ਼ਤੇਦਾਰੀਆਂ ਨੇ ਕਹੋ ਕੋ ਹੈ ਕਾਕਾ। ਜਦੋਂ ਮੌਤ ਦਾ ਦਿਨ ਨੇੜੇ ਆਵੇਗਾ ਦੱਸ ਤੇਰੀ ਇਹਨਾਂ ਵਿੱਚੋਂ ਸਹਾਇਤਾ ਕੌਣ ਕਰੇਗਾ। ਮੌਤ ਦੇ ਫਰਿਸ਼ਤੇ ਤੋਂ ਮਾਂ ਨਹੀਂ ਬਚਾ ਸਕੇਗੀ, ਬਾਪ ਨਹੀਂ ਬਚਾ ਸਕੇਗਾ, ਭਰਾ ਜਾਂ ਪੁੱਤਰ ਨਹੀਂ ਬਚਾ ਸਕੇਗਾ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ। ਮੌਤ ਤੋਂ ਬਚਾਉਣਾ ਤੇ ਰਿਸ਼ਤੇਦਾਰਾਂ ਨੇ ਕੀ ਸੀ, ਸਗੋਂ ਮੰਜੇ ਤੇ ਲੰਮਾ ਪਾ ਕੇ ਆਪ ਸ਼ਮਸ਼ਾਨ ਨੂੰ ਲੈ ਕੇ ਜਾਂਦੇ ਵੀ ਚੱਲ ਤੈਨੂੰ ਛੱਡ ਕੇ ਆਈਏ, ਕਿਤੇ ਮੋੜੀ ਨਾ ਆਵੀਂ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਵਾਸਤੇ ਤੂੰ ਸਾਰੀ ਉਮਰ ਲਾ ਦਿੱਤੀ ਹੈ ਵੀ ਇਹ ਮੇਰੀ ਰੱਖਿਆ ਕਰਨਗੇ, ਉਹ ਰੱਖਿਆ ਕਰਨ ਵਾਲੇ ਤੈਨੂੰ ਆਪ ਜਾ ਕੇ ਦਫਨਾ ਕੇ ਆਉਂਦੇ, ਆਪ ਸਾਰੀ ਕਿਰਿਆ ਕਰਕੇ ਆਉਂਦੇ। ਦੱਸ ਜਿਨ੍ਹਾਂ ਵਾਸਤੇ ਇੰਨਾ ਕੁਝ ਕਰਦਾ ਪਿਆ ਤੇਰੇ ਨਾਲ ਖੜਨ ਵਾਲਾ ਕੌਣ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਵਿੱਚੋਂ ਕੋਈ, ਇਹਨਾਂ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਨਿਭਣਾ ਹੈ। ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨ ਬੂਝੈ। ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਪ੍ਰਮਾਤਮਾ ਦੀ ਜੋਤ ਚੇਤਨ ਸਤਾ
ਤੇਰੇ ਸਰੀਰ ਦੇ ਵਿੱਚ ਵਰਤਦੀ ਹੈ ਨਾ, ਤੇਰਾ ਸਰੀਰ ਭੱਜਾ ਫਿਰਦਾ, ਦਿਨੇ ਰਾਤ ਕੰਮ ਇਹ ਕਰਨਾ ਦੌੜਿਆ ਫਿਰਦਾ ਸਰੀਰ। ਪਰ ਇਹ ਉਹਨਾਂ ਚਿਰ ਨਹੀਂ ਦੌੜਦਾ ਪਿਆ ਜਿੰਨਾ ਚਿਰ ਰੱਬ ਦੀ ਜੋਤ ਹੈ ਤੇਰੇ ਅੰਦਰ ਪ੍ਰਕਾਸ਼ ਕਰਦੀ ਪਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਬ ਲਗ ਜੋਤ ਕਾਇਆ ਮੈਂ ਵਰਤੈ। ਜਿੰਨਾ ਚਿਰ ਪ੍ਰਮਾਤਮਾ ਦੀ ਚੇਤਨ ਸਤਾ ਤੇਰੇ ਸਰੀਰ ਦੇ ਵਿੱਚ ਵਰਤਦੀ ਹੈ, ਆਪਾ ਪਸ਼ੂ ਨਾ ਬੁੱਝੈ। ਪਸ਼ੂ ਅਗਿਆਤ ਜੀਵ ਆਪਣੇ ਆਪ ਨੂੰ ਬੁੱਝਦਾ ਹੀ ਨਹੀਂ, ਮੈਂ ਕਾਹਦੇ ਵਾਸਤੇ ਦੁਨੀਆ ਤੇ ਆਇਆ, ਮੈਂ ਕਿਉਂ ਆਇਆ, ਮੈਂ ਕਾਹਦੇ ਲਈ ਆਇਆ। ਨਹੀਂ ਬੁੱਝਦਾ ਪਿਆ, ਨਹੀਂ ਜਾਣਦਾ ਪਿਆ, ਆਪਣੇ ਬਾਰੇ ਤੇ ਕਦੇ ਪੁੱਛਿਆ ਹੀ ਨਹੀਂ, ਕਦੇ ਆਪਣੇ ਆਪ ਨੂੰ ਨਹੀਂ ਪੁੱਛਿਆ ਵੀ ਮੈਂ ਦੁਨੀਆ ਤੇ ਕਿਉਂ ਆਇਆ। ਕਦੇ ਆਪਾਂ ਸਵਾਲ ਕੀਤਾ ਆਪਣੇ ਆਪ ਨੂੰ, ਮੈਂ ਦੁਨੀਆ ਤੇ ਕਿਉਂ ਆਇਆ, ਕਾਹਦੇ ਲਈ ਆਇਆ? ਨਹੀਂ, ਇਹ ਨਹੀਂ ਕਦੇ ਪੁੱਛਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਸ਼ੂ ਜੀਵ ਐਸਾ ਅਗਿਆਨੀ ਹੈ, ਬੇਸਮਝ ਹੈ, ਆਪਣੇ ਬਾਰੇ ਨਹੀਂ ਪੁੱਛਦਾ, ਦੂਜਿਆਂ ਬਾਰੇ ਪੁੱਛਦਾ ਰਹਿੰਦਾ, ਫਲਾਣਿਆਂ ਤੋਂ ਕਿੱਥੋਂ ਆਇਆ ਤੇ ਕਿੱਥੇ ਚੱਲਿਆ, ਕੀ ਕੀਤਾ ਹੈ ਤੇ ਕੀ ਨਹੀਂ ਕੀਤਾ, ਦੂਜਿਆਂ ਨੂੰ ਪੁੱਛਦਾ ਹੈ। ਕਦੇ ਆਪਣੇ ਆਪ ਨੂੰ ਵੀ ਪੁੱਛਿਆ ਵੀ ਮੈਂ ਰੱਬ ਦਾ ਨਾਮ ਕਿੰਨਾ ਕੁ ਜਪਿਆ, ਮੈਂ ਦੁਨੀਆ ਤੇ ਕਿਉਂ ਆਇਆ? ਆਪਣੇ ਬਾਰੇ ਨਹੀਂ ਜਾਣਦਾ ਹੈ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਲੋਚਨ ਨਾਮ ਗੁਰਮੁਖੋ ਨੇਤਰਾਂ ਦਾ ਹੈ। ਕਹਿਣ ਲੱਗੇ ਅੱਜ ਅੱਖਾਂ ਤੋਂ ਦਿਸਦਾ ਨਹੀਂ, ਬੁੱਢਾ ਹੋ ਗਿਆ, 100 ਸਾਲ ਦੀ ਉਮਰਾਂ ਦੇ ਨੇੜੇ ਪਹੁੰਚ ਗਿਆ, 80-90 ਸਾਲ ਦਾ ਹੋ ਗਿਆ, ਅੱਜ ਅੱਖਾਂ ਤੋਂ ਦਿਸਦਾ ਨਹੀਂ। ਅੱਖਾਂ ਤੋਂ ਨਹੀਂ ਦਿਸਦਾ, ਜਿਉਣ ਦਾ ਫਿਰ ਵੀ ਲਾਲਚ ਹੈ। ਭਾਵੇਂ ਮੋਟੀ ਐਨਕ ਲੱਗ ਗਈ ਹੈ, ਭਾਵੇਂ ਕਈ ਤਰ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋ ਗਏ ਨੇ, ਭਾਵੇਂ ਕਈ ਤਰ੍ਹਾਂ ਦੇ ਦਾਰੂ ਲਿਆ ਕੇ ਅੱਖਾਂ ਵਿੱਚ ਪਾਉਂਦਾ ਹੈ, ਭਾਵੇਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਖਾਂਦਾ ਹੈ, ਕਈ ਤਰ੍ਹਾਂ ਦੇ ਨੁਕਸੇ ਬਣਾ ਕੇ, ਕੁਸ਼ਤੇ ਬਣਾ ਕੇ ਛਕਦਾ ਹੈ। ਕਾਹਦੇ ਵਾਸਤੇ? ਜਿਉਣ ਦਾ ਹਾਲੇ ਵੀ ਲਾਲਚ ਹੈ ਵੀ ਹੋਰ ਕੋਈ 10 ਸਾਲ ਕੱਢ ਹੀ ਜਾਵਾਂ। ਉਮਰਾਂ ਇੰਨੀ ਹੋ ਗਈ ਹੈ ਵੀ ਦਿਸਣੋਂ ਬੰਦ ਹੋ ਗਿਆ, ਉਮਰਾਂ ਇੰਨੀ ਹੋ ਗਈ ਸੁਣਨੋਂ ਬੰਦ ਹੋ ਗਿਆ, ਉਮਰਾਂ ਇੰਨੀ ਹੋ ਗਈ ਹੁਣ ਖਾ ਨਹੀਂ ਸਕਦਾ, ਦਮ ਟੁੱਟ ਗਏ, ਉਮਰਾਂ ਇੰਨੀ ਹੋ ਗਈ ਹੁਣ ਬੋਲ ਵੀ ਨਹੀਂ ਸਕਦਾ। ਪਰ ਜਿਉਣ ਦਾ ਤੇ ਹਾਲੇ ਵੀ ਲਾਲਚ ਹੈ ਵੀ ਕੋਈ ਨਾ ਕੋਈ ਇਹੋ ਜਿਹਾ ਫਰਿਸ਼ਤਾ ਮਿਲ ਜਾਵੇ ਜਿਹੜਾ ਮੇਰੀ ਉਮਰਾਂ ਨੂੰ ਹੋਰ 10 ਸਾਲ ਅੱਗੇ ਲੈ ਜਾਵੇ। ਲਾਲਚ ਕਰੈ ਜੀਵਨ ਪਦ ਕਾਰਨ, ਜਿਉਣ ਦੀ ਪਦਵੀ ਹੋਰ ਲੰਮੀ ਕਰਨ ਵਾਸਤੇ ਲਾਲਚ ਕਰਦਾ, ਪਰ ਅੱਖਾਂ ਤੋਂ ਦਿਸਦਾ ਨਹੀਂ ਪਿਆ। ਅੱਖਾਂ ਤੋਂ ਨਹੀਂ ਦਿਸਦਾ, ਨਹੀਂ ਤੇ ਸੋਚ ਲਵੇ ਵੀ ਹੁਣ ਅੱਖਾਂ ਤੋਂ ਤੇ ਦੀਦਾ ਕੱਖ ਨਹੀਂ ਹੈ, ਕੰਨਾਂ ਤੋਂ ਸੁਣਦਾ ਨਹੀਂ ਹੈ, ਮੂੰਹ ਤੋਂ ਬੋਲ ਨਹੀਂ ਸਕਦਾ, ਹੁਣ ਮੈਂ ਇੱਥੇ ਦੁਨੀਆ 'ਚ ਰਹਿ ਕੇ ਕੀ ਕਰਨਾ? ਰੱਬਾ ਮੌਤ ਆ ਜਾਵੇ। ਨਹੀਂ, ਹਾਲੇ ਵੀ ਸੋਚਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਦਾ ਕੋਈ ਸਮਾਂ ਹੋਰ ਮਿਲ ਹੀ ਜਾਵੇ, ਅਜੇ ਮੈਂ ਨਾ ਜਾਵਾਂ। ਆਮ ਹੀ ਗੱਲਾਂ ਬਾਤਾਂ ਕਰਦਿਆਂ ਸੁਣੇ ਜਾਂਦੇ ਨਾ ਲੋਕ, ਮੈਂ ਪੋਤਰੇ ਦਾ ਵਿਆਹ ਵੇਖ ਕੇ ਤੇ ਫੇਰ ਹੀ ਜਾਵਾਂ, ਛੇਤੀ ਨਾਲ ਵਿਆਹ ਕਰੋ। ਕਿੰਨੇ ਵਿਆਹ ਵੇਖ ਲੈ ਜ਼ਿੰਦਗੀ ਵਿੱਚ, ਕਿੰਨੇ ਭੁਜੀਏ ਬਦਾਨੇ ਛਕ ਲੈ, ਅਜੇ ਵੀ ਤੇਰਾ ਜੀਅ ਕਰਦਾ ਹੋਰ ਵਿਆਹ ਵੇਖ ਲਵਾਂ। ਪੋਤਰੇ ਦਾ ਵੇਖ ਲਿਆ, ਕਹਿਣ ਲੱਗਾ ਹੁਣ ਪੜੋਤਰੇ ਦਾ ਵੀ ਵੇਖ ਹੀ ਲਵਾਂ। ਤੂੰ ਤੇ ਜਾਣਾ ਹੀ ਨਹੀਂ, ਤੂੰ ਤੇ ਵਿਆਹ ਹੀ ਵੇਖਦਾ ਪਿਆ, ਤੇਰਾ ਧਿਆਨ ਤੇ ਹਾਲੇ ਵਿਆਹਾਂ ਦੇ ਵਿੱਚ ਹੈ। ਤੈਨੂੰ ਇਹ ਤੇ ਪਤਾ ਵੀ ਪੋਤਰੇ ਦਾ ਵਿਆਹ ਵੇਖ ਲਵਾਂ, ਤੈਨੂੰ ਇਹ ਨਹੀਂ ਚੇਤਾ ਆਇਆ ਵੀ ਜਿਹੜਾ ਮੇਰਾ ਕੋਈ ਹਾਣੀ ਮਿੱਤਰ ਸੀ ਉਹ ਪੋਤਰੇ ਦਾ ਵਿਆਹ ਵੇਖਣ ਤੋਂ ਪਹਿਲਾਂ ਹੀ ਚਲਾ ਗਿਆ ਤੇ ਮੈਂ ਵੀ ਉਹਦੇ ਨਾਲ ਹੀ ਚਲਾ ਜਾਵਾਂ। ਉਹ ਨਹੀਂ ਚੇਤਾ ਆਇਆ ਵੀ ਜਾਣਾ ਵੀ ਹੈ। ਪਰ ਇਹ ਸੋਚੀ ਬੈਠਾ ਵੀ ਪੋਤਰਾ ਪੜੋਤਰਾ ਦੋਤਰਾ ਕਈ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ, ਮੈਂ ਵਿਆਹ ਵੇਖ ਕੇ ਜਾਵਾਂ, ਅਜੇ ਮੇਰੀਆਂ ਜ਼ਿੰਮੇਵਾਰੀਆਂ ਖਤਮ ਨਹੀਂ ਹੋਈਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਐਸਾ ਇਹ ਵਿਅਕਤੀ ਜਿਹੜਾ ਲਾਲਚ ਕਰਦਾ ਜੀਵਨ ਦਾ, ਮਰਨ ਨੂੰ ਤਿਆਰ ਨਹੀਂ, ਮਰਨਾ ਚੰਗਾ ਨਹੀਂ ਲੱਗਦਾ, ਮੌਤ ਤੋਂ ਡਰ ਆਉਂਦਾ, ਐਸੀ ਇਹਦੀ ਹਾਲਤ ਬਣੀ ਹੋਈ ਹੈ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੈ ਭਰਮਾ। ਸਾਹਿਬ ਜੀ ਕਹਿਣ ਲੱਗੇ, ਇਹ ਤੇਰੇ ਅੰਦਰ ਪ੍ਰਾਣ ਚੱਲਦੇ ਨੇ ਪ੍ਰਾਣੀਆਂ, ਮਨ ਦਾ ਭਰਮ ਛੱਡ ਦੇ ਵੀ ਮੇਰੇ ਕਰਕੇ ਦੁਨੀਆ ਚੱਲਦੀ ਪਈ ਹੈ। ਬੰਦਾ ਸੋਚਦਾ ਵੀ ਦੁਨੀਆ ਨੂੰ ਮੈਂ ਚਲਾਉਂਦਾ ਪਿਆ, ਪਰ ਤੇਰੇ ਕਰਕੇ ਨਹੀਂ, ਤੇਰਾ ਭਰਮ ਹੈ, ਦੁਨੀਆ ਆਪੇ ਚੱਲਦੀ ਪਈ। ਇੱਕ ਕੁੱਤੀ ਨਾ ਗੱਡੇ ਦੇ ਥੱਲੇ ਤੁਰੀ ਜਾਂਦੀ ਹੈ,
ਕੁੱਤੀ ਦੇ ਮਨ ਦੇ ਵਿੱਚ ਭਰਮ ਇਹ ਹੈ ਵੀ ਇਹ ਗੱਡਾ ਮੈਂ ਚੁੱਕਿਆ ਹੋਇਆ, ਜੇ ਮੈਂ ਥੱਲਿਓਂ ਨਿਕਲ ਗਈ ਤੇ ਇਹ ਗੱਡਾ ਖੜ ਜਾਣਾ। ਥੋੜਾ ਜਿਹਾ ਅੱਗੇ ਗਈ ਤੇ ਮਾਣ ਆ ਗਿਆ ਮਨ ਦੇ ਵਿੱਚ ਵੀ ਗੱਡੇ ਨੂੰ ਮੈਂ ਹੀ ਚੁੱਕਿਆ, ਖੜ ਗਈ ਉਸੇ ਵੇਲੇ। ਕੁੱਤੀ ਤੇ ਖੜ ਗਈ ਹੈ ਪਰ ਗੱਡਾ ਤੇ ਅੱਗੇ ਰੜਿਆ ਜਾਂਦਾ, ਤੁਰਿਆ ਜਾਂਦਾ। ਵੇਖਿਆ ਸੱਜੇ ਖੱਬੇ ਵੀ ਗੱਡਾ ਤੇ ਮੇਰੇ ਤੋਂ ਬਿਨਾਂ ਹੀ ਤੁਰਿਆ ਜਾਂਦਾ। ਹੁਣ ਆਪਣੀ ਜਿਹੜੀ ਹੈ ਨਾ ਉਹ ਲੁਕਾਉਣ ਵਾਸਤੇ ਲੱਜਤ ਹੋ ਗਈ ਹੈ, ਸ਼ਰਮਿੰਦੀ ਹੋ ਗਈ ਹੈ, ਭੱਜ ਕੇ ਫਿਰ ਗੱਡੇ ਥੱਲੇ ਵੜ ਗਈ ਹੈ ਵੀ ਗੱਡਾ ਤੇ ਮੈਂ ਸੋਚਿਆ ਮੈਂ ਚੁੱਕੇ ਤੁਰੀ ਜਾਂਦੀ, ਗੱਡਾ ਤੇ ਮੇਰੇ ਤੋਂ ਬਿਨਾਂ ਹੀ ਤੁਰਿਆ ਜਾਂਦਾ। ਇਹ ਮਾਣ ਹੈ ਮੇਰੇ ਮਨ ਵਿੱਚ, ਚਲੋ ਫਿਰ ਗੱਡੇ ਦੀ ਸ਼ਰਨ ਲੈ ਲਈਏ। ਸਾਡੀ ਹਾਲਤ ਉਹਦੇ ਵਰਗੀ ਹੈ ਵੀ ਦੁਨੀਆ ਮੇਰੇ ਕਰਕੇ ਚੱਲਦੀ ਪਈ ਹੈ, ਮੈਂ ਨਾ ਹੋਵਾਂ। ਪੁੱਤਰਾਂ ਨੂੰ ਕੌਣ ਪਾਲੇਗਾ, ਪੋਤਰਿਆਂ ਨੂੰ ਕੌਣ ਪਾਲੇਗਾ, ਦੁਨੀਆ ਕੌਣ ਚਲਾਏਗਾ, ਦੇਸ਼ ਕੌਣ ਚਲਾਏਗਾ, ਪਰਿਵਾਰ ਕੌਣ ਚਲਾਏਗਾ। ਸੋਚ ਉਹ ਕੁੱਤੇ ਵਰਗੀ ਹੈ, ਪਰ ਤੇਰੇ ਮਰ ਜਾਣ ਤੋਂ ਮਗਰੋਂ ਵੀ ਇਹ ਦੁਨੀਆ ਇਸੇ ਤਰ੍ਹਾਂ ਹੀ ਚੱਲਦੀ ਰਹਿਣੀ। ਤੇਰੇ ਹੋਣ ਜਾਂ ਨਾ ਹੋਣ ਨਾਲ ਦੁਨੀਆ ਨੂੰ ਕੋਈ ਫਰਕ ਨਹੀਂ ਪੈਣਾ। ਪਰਮਾਤਮਾ ਨੇ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਮੈਂ ਨੌਕਰੀ ਕਰਦਾ, ਪਰਿਵਾਰ ਤਾਂ ਚੱਲਦਾ, ਮੇਰੀ ਪੈਨਸ਼ਨ ਆਉਂਦੀ ਹੈ, ਪਰਿਵਾਰ ਤਾਂ ਚੱਲਦਾ। ਪਰਮਾਤਮਾ ਨੇ ਹਰੇਕ ਦੀ ਪੈਨਸ਼ਨ, ਹਰੇਕ ਦੀ ਨੌਕਰੀ, ਮੱਥੇ ਤੇ ਰਿਜ਼ਕ ਹਰੇਕ ਦਾ ਲਿਖਿਆ ਹੋਇਆ, ਕਿੱਥੋਂ ਉਹਦਾ ਕਿਵੇਂ ਗੁਜ਼ਾਰਾ ਹੋਣਾ। ਪਰ ਤੇਰੇ ਮਨ ਵਿੱਚ ਇਹ ਵਿਚਾਰ ਬਣ ਗਿਆ ਵੀ ਸ਼ਾਇਦ ਮੈਂ ਕਰਦਾ ਤੇ ਤਾਂ ਦੁਨੀਆ ਚੱਲਦੀ ਹੈ, ਮੈਂ ਨਾ ਕਰਾਂ ਤੇ ਦੁਨੀਆ ਨਾ ਚੱਲੇ। ਇਹ ਨਹੀਂ ਹੋ ਸਕਦਾ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ। ਬੰਦਿਆ ਮਨ ਦਾ ਭਰਮ ਛੱਡ ਦੇ ਵੀ ਤੇਰੇ ਕਰਕੇ ਦੁਨੀਆ ਨਹੀਂ। ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਦੁਨੀਆ ਨੂੰ ਚਲਾਉਣ ਵਾਲੇ, ਬਣਾਉਣ ਵਾਲੇ ਆਏ, ਦੁਨੀਆ ਤੋਂ ਚਲੇ ਗਏ, ਪਰ ਦੁਨੀਆ ਉਸੇ ਤਰ੍ਹਾਂ ਹੀ ਚੱਲਦੀ ਪਈ ਆ, ਰੁਕੀ ਕੋਈ ਨਹੀਂ, ਖਤਮ ਨਹੀਂ ਹੋਈ ਹੈ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਕਬੀਰ ਸਾਹਿਬ ਜੀ ਤੋਂ ਪੁੱਛਿਆ, ਕਬੀਰ ਸਾਹਿਬ ਜੀ ਫਿਰ ਕਰੀਏ ਤੇ ਕੀ ਕਰੀਏ, ਸਾਨੂੰ ਇਹ ਦੱਸੋ। ਗੁਰਮੁਖੋ ਐਸਾ ਵੈਰਾਗ ਜਨਕ ਉਪਦੇਸ਼ ਉਹੀ ਦੇ ਸਕਦਾ ਜਿਹਦੇ ਆਪਣੇ ਮਨ ਵਿੱਚ ਸੱਚਾ ਵੈਰਾਗ ਹੈ, ਜਿਹਨੇ ਆਪ ਕਮਾਈ ਕੀਤੀ ਹੈ। ਕਮਾਈ ਵਾਲੇ ਭਗਤਾਂ ਦੇ ਬਚਨ ਨੇ ਫਿਰ ਪੁੱਛ ਲਿਆ ਕਬੀਰ ਸਾਹਿਬ ਦੀ ਸੰਗਤ ਵਿੱਚ ਬੈਠਣ ਵਾਲਿਆਂ ਨੇ, ਕਬੀਰ ਸਾਹਿਬ ਜੀ ਬਚਨ ਤੇ ਤੁਹਾਡੇ ਬੜੇ ਖਰੇ ਨੇ, ਬੜੇ ਚੰਗੇ ਨੇ, ਪਰ ਹੁਣ ਅਸੀਂ ਕੀ ਕਰੀਏ, ਸਾਨੂੰ ਵੀ ਦੱਸ ਦਿਓ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ, ਕੇਵਲ ਨਾਮ ਜਪੋ ਰੇ ਪ੍ਰਾਨੀ। ਕੇਵਲ ਤੇ ਕੇਵਲ ਇੱਕੋ ਹੀ ਕੰਮ ਕਰ। ਉਹ ਕੰਮ ਕੀ ਹੈ? ਨਾਮ ਜਪ। ਆ ਜਿਹੜੇ ਤੂੰ ਵਰਤ ਰੱਖਦਾ ਪਿਆ ਨਾ, ਯਾਤਰਾ ਤੇ ਤੁਰਿਆ ਹੋਇਆ ਨਾ, ਦਾਨ ਕਰਦਾ ਪਿਆ ਨਾ ਕੰਬਲ ਕੋਟੀਆਂ, ਇਹਨਾਂ ਤੋਂ ਪਰੇ ਹੋ ਜਾ। ਤੈਨੂੰ ਮੁਕਤੀ ਨਾਮ ਨੇ ਦੇਣੀ ਹੈ, ਵਰਤ ਨੇ ਮੁਕਤੀ ਨਹੀਂ ਉਹ ਦੇਣੀ। ਭਾਵੇਂ ਇਕਾਦਸ਼ੀ ਦਾ, ਦੁਆਦਸ਼ੀ ਦਾ, ਕੋਈ ਵੀ ਵਰਤ ਰੱਖ ਲਾ, ਕੋਈ ਵੀ ਦਾਨ ਕਰ ਲਾ, ਦਾਨ ਦਾ ਫਲ ਤੈਨੂੰ ਜ਼ਰੂਰ ਮਿਲੇਗਾ, ਪਰ ਜੇ ਤੂੰ ਕਵੇਂ ਵੀ ਦਾਨ ਕਰਕੇ ਮੁਕਤੀ ਲੈ ਲਵਾਂ, ਉਹ ਨਹੀਂ ਮਿਲਣੀ। ਜੇ ਤੂੰ ਕਵੇਂ ਵਰਤ ਰੱਖ ਕੇ ਮੁਕਤੀ ਲਵਾਂ, ਉਹ ਨਹੀਂ ਮਿਲਣੀ। ਤੂੰ ਆਖੇ ਯਾਤਰਾ ਕਰਕੇ ਮੁਕਤੀ ਲਵਾਂ, ਨਹੀਂ ਉਹ ਮਿਲਣੀ। ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ। ਇਹ ਬਚਨ ਨੇ ਨਾਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ। ਕਬੀਰ ਸਾਹਿਬ ਜੀ ਕਹਿਣ ਲੱਗੇ, ਸਭ ਤੋਂ ਜ਼ਰੂਰੀ ਇੱਕੋ ਕੰਮ ਹੀ ਹੈ ਜਿਹਨੇ ਮੁਕਤੀ ਦੇਣੀ ਹੈ, ਕੇਵਲ ਨਾਮ ਜਪੋ ਰੇ ਪ੍ਰਾਣੀ। ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਬੈਠ ਕੇ ਨਾਮ ਜਪਿਆ ਕਰ। ਇਹ ਗੱਲ ਕਿਹਾ ਕਰ, ਵਾਹਿਗੁਰੂ 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 ਵਾਹਿਗੁਰੂ। ਇਹ ਨਾਮ ਜਪਿਆ ਕਰ। ਗੁਰਮੁਖੋ ਹੁਣ ਆਪਾਂ ਅੰਦਰ ਇਹ ਵੇਖੀਏ ਵੀ ਆਪਾਂ ਜਦੋਂ ਇਕੱਲੇ ਬੈਠੇ ਹੁੰਦੇ ਆਪਣੇ ਘਰ ਵਿੱਚ ਜਾਂ ਆਪਣੀ ਗੱਡੀ ਵਿੱਚ ਕਿਤੇ ਜਾ ਰਹੇ ਆ, ਉਦੋਂ ਆਪਾਂ ਕਿੰਨਾ ਕੁ ਨਾਮ ਜਪਦੇ। ਸਾਨੂੰ ਤੇ ਬੈਠਿਆਂ ਵੀ ਵਿਚਾਰ ਆਈ ਜਾਂਦੇ, ਇਕੱਲਿਆਂ ਨੂੰ ਵੀ ਵਿਚਾਰ ਆਈ ਜਾਂਦੇ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਸਕੀਮਾਂ ਬਣਦੀਆਂ ਪਈਆਂ, ਮਨ ਦੇ ਵਿੱਚ ਢਾਉਂਦਾ ਪਿਆ। ਪਰ ਜਦੋਂ ਵੀ ਕਿਤੇ ਬੈਠਦਾ ਨਾ, ਕੁਝ ਨਾ ਕਰਿਆ ਕਰ, ਕੇਵਲ ਇੰਨਾ ਹੀ ਕਿਹਾ ਕਰ, ਵਾਹਿਗੁਰੂ ਵਾਹਿਗੁਰੂ। ਤੁਰਿਆ ਜਾਂਦਾ, ਬੈਠਾ ਹੋਇਆ, ਲੰਮੇ ਪਿਆ ਹੋਇਆ, ਸਿਰਫ ਤੇ ਸਿਰਫ ਤੈਨੂੰ ਮੁਕਤੀ ਇਹਨੇ ਦੇਣੀ ਹੈ, ਇਹਦੇ ਬਿਨਾਂ ਤੂੰ ਮੁਕਤ ਨਹੀਂ ਹੋਣਾ। ਇਹ ਕਬੀਰ ਸਾਹਿਬ ਜੀਆਂ ਦਾ ਪਵਿੱਤਰ ਬਚਨ ਹੈ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰਹੁ ਏਕ ਕੀ ਸਰਨਾ। ਇੱਕ ਦੀ ਸ਼ਰਨ ਵਿੱਚ ਪੈ, ਨਾਮ ਜਪ ਤੇਰਾ ਭਲਾ ਤਾਂ ਹੋਣਾ। ਗੁਰਮੁਖੋ ਆਪਾਂ ਇਹ ਸ਼ਬਦ ਸੁਣਿਆ ਨਾ ਕਬੀਰ ਸਾਹਿਬ ਜੀਆਂ,
ਪਰ ਲਾਭ ਇਹਦਾ ਉਦੋਂ ਪ੍ਰਾਪਤ ਹੋਵੇਗਾ ਜਦੋਂ ਇਹਦੀ ਕਮਾਈ ਕਰਾਂਗੇ। ਜਦੋਂ ਅਸੀਂ ਵਾਕਿਆ ਹੀ ਕੱਲ੍ਹ ਨੂੰ ਆਵਾਂਗੇ ਨਾ ਦਰਬਾਰ ਵਿੱਚ ਕਥਾ ਸੁਣਨ ਵਾਸਤੇ, ਤੇ ਅੱਜ ਤੋਂ ਲੈ ਕੇ ਕੱਲ੍ਹ ਤੱਕ 24 ਘੰਟੇ ਨੇ। ਹੁਣ ਅਸੀਂ ਇਹ ਗੱਲ ਨੋਟ ਕਰਨੀ ਹੈ ਵੀ ਮੈਂ 24 ਘੰਟਿਆਂ ਵਿੱਚ ਕਿੰਨੀ ਵਾਰੀ ਵਾਹਿਗੁਰੂ ਆਖਿਆ, ਕਿੰਨੇ ਮਿੰਟ ਆਖਿਆ। ਜੇ ਤੇ ਕੁਝ ਕਮਾਈ ਕਰਕੇ ਆਵੇਂਗਾ ਤੇ ਫਿਰ ਤੇ ਲਾਭ ਹੈ। ਜੇ ਇੱਥੋਂ ਬਚਨ ਸੁਣ ਕੇ ਤੇ ਬਾਹਰ ਨਿੰਦਿਆ ਸ਼ੁਰੂ ਕਰ ਦਿੱਤੀ, ਚੁਗਲੀ ਲਾ ਦਿੱਤੀ, ਕੋਈ ਇੱਧਰੋਂ ਉੱਧਰੋਂ ਝਗੜਾ ਗਲ ਵਿੱਚ ਪਾਤਾ ਜਾਂ ਪਵਾਤਾ, ਤਾਂ ਉਹ ਝੋਲੀ ਭਰੀ ਤੂੰ ਉੱਥੇ ਡੋਲ ਲਈ ਹੈ, ਖਤਮ ਕਰ ਲਈ, ਖਾਲੀ ਕਰ ਲਈ। ਸਾਰਾ ਦਿਨ ਫਿਰ ਪਾਪ ਤੇ ਔਗਣ ਤੇ ਫਿਰ ਆ ਗਿਆ ਅਗਲੇ ਦਿਨ, ਫਿਰ ਲਾਭ ਨਹੀਂ ਉਹ ਪ੍ਰਾਪਤ ਹੋਣਾ। ਲਾਭ ਤਾਂ ਪ੍ਰਾਪਤ ਹੋਣਾ ਹੈ ਕਿ ਕੱਲ੍ਹ ਤੱਕ 24 ਘੰਟੇ ਮੈਨੂੰ ਮਿਲੇ ਨੇ, ਮੈਂ ਕਿੰਨੀ ਕੁ ਦੁਬਾਰਾ ਕਮਾਈ ਕਰਕੇ ਆਉਂਦਾ, ਫਿਰ ਤੇਰਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੈ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕੀ ਸਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।